20 ਅਕਤੂਬਰ ਨੂੰ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕੀਤੇ ਜਾਣ ਮੌਕੇ ਸੁਖਪਾਲ ਸਿੰਘ ਖਹਿਰਾ ਵੱਲੋਂ ਲਗਭਗ 15 ਮਿੰਟ ਦੀ ਸਪੀਚ ਦਿੱਤੀ ਗਈ ਤੇ ਇਹ ਸਪੀਚ ਕੁਝ ਇਸ ਤਰ੍ਹਾਂ ਸੀ। ਸਪੀਕਰ ਸਾਹਿਬ, ਜਿਹੜੇ ਪ੍ਰਸਤਾਵ ਆਏ ਹਨ, ਅਮੈਂਡਮੈਂਟਸ ਆਈਆਂ ਹਨ, ਰੈਜ਼ੋਲੂਸ਼ਨ ਹੈ, ਆਨਰੇਬਲ ਚੀਫ ਮਿਨਿਸਟਰ ਸਾਹਿਬ ਨੇ ਮੂਵ ਕੀਤਾ। ਮੈਂ ਉਸ ਦੇ ਹੱਕ ਵਿੱਚ ਬੋਲਣ ਵਾਸਤੇ ਖੜਾ ਹੋਇਆ ਹਾਂ ਔਰ ਡਟ ਕੇ ਜਿੱਥੋਂ ਤੱਕ ਵੀ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਹੀ ਬਣ ਕੇ ਉਹਨਾਂ ਦੇ ਰਖਵਾਲੇ ਬਣ ਕੇ ਕੋਸ਼ਿਸ਼ ਕਰ ਸਕਦੇ ਹਾਂ। ਜਿੱਥੋਂ ਤੱਕ ਵੀ ਜਾਣਗੇ ਉੱਥੇ ਤੱਕ ਜਾਣ ਵਾਸਤੇ ਸਾਨੂੰ ਸਭ ਨੂੰ ਤਿਆਰ ਹੋਣਾ ਚਾਹੀਦਾ ਹੈ। ਸਪੀਕਰ ਸਾਹਿਬ, ਮੋਦੀ ਸਾਹਿਬ ਤੇ ਭਾਜਪਾ ਦੀ ਸਰਕਾਰ ਨੇ ਇਹ ਜਿਹੜੇ 3 ਕਾਨੂੰਨ ਬਣਾਏ ਹਨ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਅਚਨਚੇਤ ਅਤੇ ਵੈਸੇ ਹੀ ਬਣ ਗਏ ਹਨ? ਇਹ ਬਿਲਕੁਲ ਮਿੱਥ ਕੇ ਬੀਜੇਪੀ ਨੇ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਨ ਵਾਸਤੇ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਬਹਾਦਰ ਪੰਜਾਬ ਦੇ ਲੋਕ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਵਿਗਲ ਨਾ ਵਜਾ ਸਕਣ। ਬਾਕੀ ਦੇਸ਼ ਵਿੱਚ ਜਾਣ ਨਹੀਂ ਕਿ ਉਹ ਕਿਸੇ ਤਰ੍ਹਾਂ ਦੀ ਵੀ ਬਗਾਵਤ ਖੜੀ ਕਰ ਸਕਣ। ਸਾਡਾ ਪਿਛੋਕੜ ਹਜ਼ਾਰਾਂ ਸਾਲਾਂ ਦਾ ਅਬਦਾਲੀਆਂ ਦੇ ਨਾਲ, ਧਾੜਵੀਆਂ ਦੇ ਨਾਲ, ਮੁਗਲਾਂ ਦੇ ਖਿਲਾਫ ਹਰ ਧਾੜਵੀ ਦੇ ਨਾਲ ਬਹੁਤ ਵੱਡੇ ਪੱਧਰ ਤੇ ਲੜਾਈ ਲੜੀ ਔਰ ਉਸ ਦਾ ਖਾਮਿਆਜ਼ਾ ਭੁਗਤਿਆ। ਘੱਲੂਘਾਰੇ ਹੋਏ, ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਸ਼ਹੀਦ ਕੀਤੇ ਗਏ, ਇਸ ਧਰਤੀ ਤੇ ਖੂਨ ਡੁੱਲਿਆ। ਵੈਸੇ ਤਾਂ ਬੀਜੇਪੀ ਵਾਲਿਆਂ ਦਾ ਏਜੰਡਾ ਬਹੁਤ ਪੁਰਾਣਾ ਸੀ ਕਿ ਇਸ ਦੇਸ਼ ਨੂੰ ਇੱਕ ਥਾਣੀ ਲੰਘਾਉਣਾ ਹੈ, ਇੱਕ ਰਾਸ਼ਟਰ ਬਣਾਉਣਾ ਹੈ, ਪਰ ਜਦੋਂ ਵੀ ਉਹਨਾਂ ਦੇ ਹੱਥ ਸੱਤਾ ਆਈ ਹੈ, ਉਹਨਾਂ ਨੇ ਇਸ ਨੇਫਾਰੀਅਸ ਏਜੰਡੇ ਨੂੰ ਸਾਡੀ ਸਰਕਾਰੀ ਮਸ਼ੀਨਰੀ ਦਾ ਸਹਾਰਾ ਲੈ ਕੇ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਅੱਜ ਇਸ ਦੇਸ਼ ਵਿੱਚ ਕੋਈ ਵੀ ਜੁਡੀਸ਼ਰੀ ਆਜ਼ਾਦ ਨਹੀਂ ਹੈ। ਅੱਜ ਦੇਸ਼ ਵਿੱਚ ਚੋਣ ਕਮਿਸ਼ਨ ਆਜ਼ਾਦ ਨਹੀਂ ਹੈ। ਅੱਜ ਜਿਹੜੇ ਸਾਡੇ ਵਾਈਟਲ ਇੰਸਟੀਟਿਊਸ਼ਨਸ ਹਨ, ਉਹ ਸਾਰੇ ਹੀ ਉਹਨਾਂ ਦੀ ਪਕੜ ਥੱਲੇ ਹਨ। ਔਰ ਜਿਹੜੇ ਲੋਕਾਂ ਨੇ ਦੰਗਿਆਂ ਵਿੱਚ ਹਜ਼ਾਰਾਂ ਲੋਕਾਂ ਨੂੰ ਮਾਰਿਆ, ਚਾਹੇ ਗੁਜਰਾਤ, ਵੈਸਟ ਬੇਕਰੀ, ਗੋਧਰਾ ਦੇ ਹੋਣ, ਸਪੀਕਰ ਸਾਹਿਬ, ਮੈਂ ਕਹਿੰਦਾ ਹਾਂ ਕਿ ਜਿੰਨੇ ਵੀ ਕਾਂਡ ਹੋਏ, ਸਾਰਿਆਂ ਨੂੰ ਵਾਰੋ-ਵਾਰੀ ਕਰਕੇ ਛੁਡਾ ਲਿਆ। ਇਸ ਲਈ ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਖਿਲਾਫ ਸਭ ਕੁਝ ਹੋ ਰਿਹਾ ਹੈ। ਮੁੱਖ ਮੰਤਰੀ ਸਾਹਿਬ ਇਸ ਦਾ ਇਤਿਹਾਸਕ ਪਿਛੋਕੜ ਵੀ ਜਾਣਦੇ ਹਨ ਅਤੇ ਇਹਨਾਂ ਦਾ ਪੁਰਾਣਾ ਤਜਰਬਾ ਵੀ ਹੈ। ਇਹ ਆਪਣੇ ਨਾਲ ਅਰਸੇ ਤੋਂ ਹੋ ਰਿਹਾ ਹੈ। ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ। ਫਾਂਸੀ ਦੇ ਰੱਸਿਆਂ ਤੇ ਚੜੇ ਤਾਂ ਉਹ ਵੀ ਪੰਜਾਬੀ ਸਨ। ਕਰਨੈਲ ਸਿੰਘ ਈਸੜੂ ਵਰਗਿਆਂ ਨੇ ਗੋਆ ਦੀ ਹਿਫਾਜ਼ਤ ਵਾਸਤੇ ਸ਼ਹਾਦਤ ਦੇ ਦਿੱਤੀ। ਪਾਕਿਸਤਾਨ ਤੋਂ ਸਾਰਾ ਉਜਾੜਾ ਪੰਜਾਬੀਆਂ ਦਾ ਹੋਇਆ ਹੈ। ਸਪੀਕਰ ਸਾਹਿਬ, ਸਭ ਤੋਂ ਵੱਡੀ ਮਾਈਗ੍ਰੇਸ਼ਨ ਅਤੇ ਜਿਹੜੀ ਪਾਪੂਲੇਸ਼ਨ ਸ਼ਿਫਟ ਹੋਈ ਹੈ, ਉਹ 1947 ਵਿੱਚ ਹੋਈ ਹੈ, ਜਿਸ ਵਿੱਚ 10 ਲੱਖ ਆਦਮੀ ਦਾ ਕਤਲੋ-ਗਾਰਤ। ਅਤੇ ਸਾਡੇ ਵਿੱਚ ਇੱਥੇ ਕਈ ਬੈਠੇ ਹਨ ਜਿਹੜੇ ਪਾਕਿਸਤਾਨ ਦੇ ਬਰਸਰੇ ਜਾਇਦਾਦ ਹਨ। ਉਹਨਾਂ ਦਾ ਸਟੇਟਸ ਵੀ ਸੀ ਅਤੇ ਉਹਨਾਂ ਦੀਆਂ ਜ਼ਮੀਨਾਂ ਵੀ ਸਨ ਔਰ ਸਭ ਕੁਝ ਸੀ। 1 ਕਰੋੜ ਤੋਂ ਉੱਤੇ ਆਬਾਦੀ ਉਜੜੀ। ਸ਼ਾਇਦ ਮੇਰੇ ਫਿਗਰ ਗਲਤ ਹੋ ਸਕਦੇ ਹਨ। ਉੱਥੋਂ ਸਾਰੀ ਆਬਾਦੀ ਉਜੜ ਕੇ ਇਸ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ। ਇੱਥੇ ਸ਼ਾਇਦ ਸਿੱਧੂ ਸਾਹਿਬ ਨੇ ਜਾਂ ਸ਼ਾਇਦ ਨਾਗਰਾ ਸਾਹਿਬ ਨੇ ਕਿਹਾ ਹੈ ਕਿ ਸਾਨੂੰ ਉਹਨਾਂ ਧਾੜਵੀਆਂ ਦਾ ਦੁੱਖ ਨਹੀਂ ਸੀ। ਖੂਨ ਡੁੱਲਿਆ, ਨੁਕਸਾਨ ਹੋਇਆ ਪੰਜਾਬੀਆਂ ਨੇ ਅਤੇ ਸਿੱਖਾਂ ਨੇ ਇਸ ਦਾ ਬਾਕਾਇਦਾ ਤੌਰ ਤੇ ਮੁਕਾਬਲਾ ਕੀਤਾ, ਜਿਹੜੇ ਪਿਛਲੇ ਕੁਝ ਸਮੇਂ ਤੋਂ ਹੋ ਰਿਹਾ ਹੈ। ਪੰਜਾਬ ਜਿਵੇਂ ਕੋਈ ਕਲੋਨੀ ਹੁੰਦੀ ਹੈ, ਜਿਵੇਂ ਅਸੀਂ ਕੁਝ ਨਹੀਂ ਹੁੰਦੇ। ਜਿਵੇਂ ਲੋੜ ਪਈ, ਕਦੀ ਗ੍ਰੀਨ ਰੈਵੋਲੂਸ਼ਨ ਕਰਕੇ ਉਧਰਲੇ ਪਾਸੇ ਲਾ ਦਿੱਤਾ। ਅੱਜ ਦੇਸ਼ ਨੂੰ ਅਨਾਜ ਦੀ ਘੱਟ ਲੋੜ ਹੈ ਜਾਂ ਪਤਾ ਨਹੀਂ ਕੀ ਗੱਲ ਹੈ। ਅੱਜ ਕਹਿ ਰਹੇ ਹਨ ਕਿ ਚੰਗਾ ਜੀ, ਅੱਜ ਸਾਨੂੰ ਉਹਨਾਂ ਨੇ ਅੰਗੂਠਾ ਦਿਖਾ ਦਿੱਤਾ ਹੈ। ਇਹ ਸਾਡੀ ਤੋਹੀਨ ਹੈ। ਇਹ ਸਾਡੀ ਬੇਸਿਕ ਆਈਡੈਂਟੀਟੀ ਤੇ ਹਮਲਾ ਹੈ। ਇਹ ਘੱਟ ਗਿਣਤੀਆਂ ਤੇ ਫੈਡਰਲਿਜ਼ਮ ਤੇ ਸਿੱਧਾ ਹਮਲਾ ਹੈ। ਪਿਛਲੇ ਕੁਝ ਸਾਲਾਂ ਤੋਂ, ਜਿਵੇਂ ਪਹਿਲਾਂ ਜੰਮੂ ਕਸ਼ਮੀਰ, ਕੁਝ ਲੋਕ ਉਦੋਂ ਵੀ ਬੜੇ ਖੁਸ਼ ਹੋਏ। ਇੱਕ ਸਟੇਟ ਦੇ 2 ਟੋਟੇ ਕਰਕੇ ਇੱਕ ਯੂਨੀਅਨ ਟੈਰੀਟਰੀ ਬਣਾ ਦੇਣਾ। CAA ਬਿੱਲ ਪਾਸ ਕੀਤਾ। ਇਹਨਾਂ ਨੇ ਘੱਟ ਗਿਣਤੀਆਂ ਦੇ ਹਕੂਕ ਖੋਹ ਲਏ। ਸਪੀਕਰ ਸਾਹਿਬ, ਉਸ ਤੋਂ ਬਾਅਦ UAPA ਦਾ ਬਿੱਲ ਭਾਜਪਾ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਵਰਤ ਰਹੀ ਹੈ। ਜਿਹੜੇ ਚੰਗੇ ਐਕਟਿਵਿਸਟ ਹਨ, ਜਿਹੜੇ ਕਿ ਪੀਸਫੁਲ ਡੈਮੋਸਟ੍ਰੇਸ਼ਨ ਜਾਂ ਐਜੀਟੇਸ਼ਨ ਕਰਦੇ ਹਨ, ਆਨੰਦ ਤਿਲ ਤੁੰਬੜੇ ਵਰਗੇ ਜਿਹੜੇ ਅੰਬੇਦਕਰ ਸਾਹਿਬ ਦੇ ਪੋਤਰੇ ਹਨ, ਉਹਨਾਂ ਨੂੰ UAPA ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਵਰਵਰਾ ਰਾਓ, ਸਫੂਰਾ ਜਰਗਰ, ਨਵਲਖ ਵਰਗੇ ਇਸੇ ਤਹਿਤ ਗ੍ਰਿਫਤਾਰ ਕੀਤੇ ਹੋਏ ਹਨ। ਇਹ ਇੱਕ ਵਿਉਂਤਬੰਦੀ ਦੇ ਨਾਲ ਆਪਣੇ ਤੇ ਹਮਲਾ ਹੋ ਰਿਹਾ ਹੈ। ਜਿਵੇਂ ਇੱਥੇ ਕਈ ਬੁਲਾਰਿਆਂ ਨੇ ਕਿਹਾ ਹੈ ਕਿ ਇਹ ਤਾਂ ਸਹੀ ਮਾਇਨਿਆਂ ਵਿੱਚ ਇਹ ਲੜਾਈ ਦੀ ਇੱਕ ਸ਼ੁਰੂਆਤ ਹੈ। ਇਹ ਦੇਖਣਾ ਹੈ ਕਿ ਆਪਣੇ ਵਿੱਚ ਕਿੰਨਾ ਦਮ ਹੈ, ਕਿਉਂਕਿ ਕਿਸਾਨ ਤਾਂ ਬੈਠੇ ਹੋਏ ਹਨ ਔਰ ਕਿਸਾਨਾਂ ਦੇ ਇਸ ਸੰਘਰਸ਼ ਦੀ ਬਦੌਲਤ ਅੱਜ ਦਿੱਲੀ ਦੀ ਸਰਕਾਰ ਨੂੰ ਕਿਸਾਨਾਂ ਨੂੰ ਭਾਵੇਂ ਫਰਜ਼ੀ ਸੱਦਣਾ ਪਿਆ, ਉਹਨਾਂ ਦਾ ਇੱਕ ਇੰਪੈਕਟ ਪਿਆ ਹੈ। ਜਿਹੜੀ ਇਹਨਾਂ ਬਿੱਲਾਂ ਦੀ ਟੈਕਨੀਕਲਿਟੀ ਹੈ, ਮੈਂ ਉਹਨਾਂ ਬਾਰੇ ਨਹੀਂ ਜਾਣਦਾ, ਕਿਉਂਕਿ ਮੈਂ ਕੋਈ ਫਾਰਮਿੰਗ ਇਕਨੋਮਿਸਟ ਨਹੀਂ ਹਾਂ।
ਮੈਨੂੰ ਇਸ ਦੀ ਇੰਨੀ ਸਮਝ ਨਹੀਂ ਹੈ, ਪਰ ਮੈਂ ਇਸ ਗੱਲ ਲਈ ਇਹਨਾਂ ਦੀ ਤਾਇਦ ਕਰਦਾ ਹਾਂ ਕਿ ਇਸ ਵਿੱਚ ਬਹੁਤੀ ਉਮੀਦ ਨਹੀਂ ਹੈ। ਇਹ ਇੱਕ ਕਾਨੂੰਨੀ ਬੈਟਲ ਹੈ, ਕਿਉਂਕਿ ਪ੍ਰੋਜੈਕਟ ਵੀ ਉਹਨਾਂ ਦਾ ਹੈ, ਗਵਰਨਰ ਵੀ ਉਹਨਾਂ ਦਾ ਹੈ, ਆਪਾਂ ਜਿੱਥੇ ਜਾਣਾ ਚਾਹੁੰਦੇ ਹਾਂ ਉਹ ਵੀ ਉਹਨਾਂ ਦਾ ਹੈ। ਸਾਨੂੰ ਆਉਣ ਵਾਲੇ ਸਮੇਂ ਦੇ ਲਈ ਪੰਜਾਬ ਵਾਸਤੇ ਇੱਕ ਰਾਜਨੀਤਿਕ ਵਿਕਲਪ, ਰਾਜਨੀਤਿਕ ਬਦਲ ਲਿਆਉਣਾ ਚਾਹੀਦਾ ਹੈ ਔਰ ਨਾਲ-ਨਾਲ ਦੂਜੇ ਸੂਬੇ ਜਿਹੜੇ ਘੱਟ ਗਿਣਤੀਆਂ ਹਨ, ਤੁਸੀਂ ਦੇਖੋ ਕਿ ਮੋਦੀ ਦੀ ਲਹਿਰ ਸਿਰਫ 3 ਸੂਬਿਆਂ ਵਿੱਚ ਨਹੀਂ ਚੱਲ ਸਕੀ, ਵਰਨਾ ਉਹਨਾਂ ਨੇ ਆਪਣਾ ਧਾਰਮਿਕ ਏਜੰਡਾ ਲਾਗੂ ਕਰਕੇ ਸਾਰੇ ਦੇਸ਼ ਵਿੱਚ ਕਬਜ਼ਾ ਕੀਤਾ ਹੋਇਆ ਹੈ। ਸਪੀਕਰ ਸਾਹਿਬ, ਉਹਨਾਂ ਦਾ ਇੱਕ ਪੰਜਾਬ, ਜੰਮੂ ਕਸ਼ਮੀਰ ਅਤੇ ਕੇਰਲਾ ਦੀ ਸਟੇਟ ਤੇ ਕਬਜ਼ਾ ਨਹੀਂ ਸੀ ਹੋਇਆ। ਇਸ ਲਈ ਜਿਹੜਾ ਬਲਾਤਕਾਰ ਪੰਜਾਬ ਦੀ ਜ਼ਰਖੇਜ਼ ਜ਼ਮੀਨ ਦਾ, ਧਰਤੀ ਦਾ, ਪਾਣੀ ਦਾ ਅਤੇ ਆਬੋ ਹਵਾ ਦਾ ਪਿਛਲੇ ਕੁਝ ਦਹਾਕਿਆਂ ਤੋਂ ਹੋਇਆ ਹੈ, ਅੰਗਰੇਜ਼ਾਂ ਨੇ ਤਾਂ ਸਾਡਾ ਖੂਨ ਡੋਲਿਆ ਸੀ, ਉਸ ਤੇ ਤਾਂ ਸਾਨੂੰ ਫਖਰ ਹੈ ਅਤੇ ਸਾਡੇ ਸ਼ਹੀਦਾਂ ਤੇ ਮਾਣ ਹੈ। ਇਹਨਾਂ ਨੇ ਤਾਂ ਸਾਨੂੰ ਆਪਣੇ ਦੇਸ਼ ਵਿੱਚ ਇੱਕ ਕਲੋਨੀ ਬਣਾ ਕੇ ਰੱਖ ਦਿੱਤਾ ਹੈ। ਦੇਖੋ ਮੇਰੇ ਵੀਰੋ, ਸਾਡੇ ਕਿਸਾਨ ਦੇਖੋ ਕਿੰਨੇ ਭੋਲੇ ਹਨ। ਉਹਨਾਂ ਤੇ ਇਹ ਕਾਨੂੰਨ ਲਗਾ ਕੇ ਕਿਸ ਗੱਲ ਲਈ ਮਜਬੂਰ ਕਰ ਰਹੇ ਹਨ ਕਿ ਸਾਨੂੰ ਪਲੀਜ਼ MSP ਦੇ ਦਿਓ ਜੀ। ਜਿਸ MSP ਨੇ ਪੰਜਾਬ ਦੇ ਕਿਸਾਨ ਨੂੰ 1 ਲੱਖ ਕਰੋੜ ਰੁਪਏ ਦਾ ਕਰਜ਼ਈ ਬਣਾਇਆ ਹੋਇਆ ਹੈ, ਜਿਸ MSP ਨੇ ਹਜ਼ਾਰਾਂ ਘਰਾਂ ਦੇ ਵਿੱਚ ਨਮੋਸ਼ੀ ਕੀਤੀ ਹੈ, ਆਤਮ ਹੱਤਿਆ ਦਿੱਤੀ ਹੈ। ਸਾਡਾ ਕਿਸਾਨ ਐਡਾ ਭੋਲਾ ਹੈ, ਉਹ ਇਹੀ ਕਹਿੰਦਾ ਹੈ ਕਿ ਮੈਨੂੰ ਇਹੀ ਦੇ ਦਿਓ ਜੀ। ਅਸੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਭੁੱਲ ਗਏ ਹਾਂ। ਜਿਹੜੀਆਂ ਕਿਸਾਨਾਂ ਦੀਆਂ ਵੱਡੀਆਂ ਮੰਗਾਂ ਹਨ, ਅਸੀਂ ਉਹਨਾਂ ਸਾਰੀਆਂ ਮੰਗਾਂ ਨੂੰ ਵੀ ਭੁੱਲ ਗਏ ਹਾਂ। ਸਪੀਕਰ ਸਾਹਿਬ, 1 ਮਿੰਟ ਜੀ, ਮੈਨੂੰ ਹੁਣ ਥੋੜੀ ਜਿਹੀ ਗੱਲ ਕਰ ਲੈਣ ਦਿਓ। ਸਪੀਕਰ ਸਾਹਿਬ, ਮੇਰੀ CM ਸਾਹਿਬ ਨੂੰ ਇਹ ਬੇਨਤੀ ਹੈ ਕਿ ਦੇਖੋ, ਤੁਸੀਂ ਸਾਲ 2002 ਵਿੱਚ ਡਾਈਵਰਸਿਫਿਕੇਸ਼ਨ ਦੀ ਗੱਲ ਕੀਤੀ ਸੀ। ਸਪੀਕਰ ਸਾਹਿਬ, 18 ਸਾਲ ਹੋ ਗਏ ਹਨ। ਐਗਰੀਕਲਚਰਲ ਜਿਹੜਾ ਹੈ ਉਹ ਪੰਜਾਬ ਦਾ ਮੇਨ ਸਟੇ ਹੈ। ਬਜਟ ਵਿੱਚ ਬਹੁਤ ਥੋੜੇ ਜਿਹੇ ਪੈਸੇ, ਸ਼ਾਇਦ 12,500 ਕਰੋੜ ਰੁਪਏ, 1,54,000 ਕਰੋੜ ਰੁਪਏ ਦੇ ਵਿੱਚੋਂ ਇੱਥੋਂ ਤੱਕ ਕਿ ਨੈਸ਼ਨਲ ਲੈਵਲ ਉੱਤੇ 0.3% GDP ਦਾ ਐਗਰੀਕਲਚਰਲ ਲਈ ਬਜਟ ਐਲੋਕੇਸ਼ਨ ਹੈ। 25% ਇਕੱਲੇ ਐਗਰੀਕਲਚਰਲ ਵਿੱਚੋਂ ਇਨਕਮ ਹੈ, 25% ਇੰਡਸਟਰੀ ਵਿੱਚੋਂ ਹੈ, 50 ਸਰਵਿਸਿਜ਼ ਤੋਂ ਹੈ, ਲੇਕਿਨ ਉਸ ਵਾਸਤੇ ਸਾਡੇ ਕੋਲ ਕੋਈ ਪਲਾਨ ਨਹੀਂ ਹੈ। ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ ਮੈਂ ਤਾਇਦ ਕਰਨਾ ਚਾਹੁੰਦਾ ਹਾਂ ਕਿ ਦੇਖੋ, ਗੁਜਰਾਤ ਦਾ ਇੱਕ ਕੋਆਪਰੇਟਿਵ ਮੂਵਮੈਂਟ ਦਾ ਅਮੂਲ ਬ੍ਰਾਂਡ ਪੰਜਾਬ ਉੱਤੇ ਹਾਵੀ ਹੋ ਗਿਆ ਹੈ। ਸਾਡਾ ਮਾਰਕਫੈਡ ਖਤਮ, ਸਾਡਾ ਪਨਸਪ ਖਤਮ, ਸਾਡੀਆਂ ਕੋਆਪਰੇਟਿਵ ਮਿੱਲਾਂ ਖਤਮ, ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਖਤਮ। ਇਸ ਤਰ੍ਹਾਂ ਤਾਂ ਨਹੀਂ ਕੰਮ ਚੱਲਣਾ। ਸਪੀਕਰ ਸਾਹਿਬ, ਲਾਸਟ ਗੱਲ ਹੈ ਕਿ ਜਿਹੜੀ ਇਹ ਲੜਾਈ ਹੈ, ਸਪੀਕਰ ਸਾਹਿਬ, ਕੋਈ ਕੰਮ ਦੀ ਗੱਲ ਹੀ ਕਹਿ ਰਿਹਾ ਹਾਂ, ਕੋਈ ਕਿਸੇ ਦੀ ਨਿੰਦਿਆ ਨਹੀਂ ਕੀਤੀ। ਸਪੀਕਰ ਸਾਹਿਬ, ਮੇਰੀ CM ਸਾਹਿਬ ਨੂੰ ਅਪੀਲ ਹੈ ਕਿ ਆਪਣੇ ਸੂਬੇ ਨੂੰ ਇੰਨਾ ਕੁ ਕਾਬਲ ਬਣਾਉਣ ਦਾ ਉਪਰਾਲਾ ਕੀਤਾ ਜਾਵੇ। ਮੈਨੂੰ ਪਤਾ ਹੈ ਕਿ ਆਰਥਿਕ ਤੌਰ ਤੇ ਸਰਦਾਰ ਮਨਪ੍ਰੀਤ ਸਿੰਘ ਹੁਰਾਂ ਜਿਹੜੀਆਂ ਗੱਲਾਂ ਕਹਿੰਦੇ ਹਨ ਉਹ ਬਿਲਕੁਲ ਜੈਨੂਅਨ ਹਨ। ਕਮਜ਼ੋਰ ਹਾਂ, ਲੇਕਿਨ ਜੇ ਅਸੀਂ ਆਪਾਂ ਆਪਣੇ ਸੂਬੇ ਸੈਲਫ ਸਫੀਸ਼ੀਐਂਟ, ਜਿਸ ਤਰ੍ਹਾਂ ਸਰਦਾਰ ਨਵਜੋਤ ਹੁਰਾਂ ਨੇ ਕਿਹਾ ਕਿ ਜਿਹੜੀਆਂ ਚੀਜ਼ਾਂ ਘੱਟੋ ਘੱਟ ਬਾਹਰੋਂ ਆਉਂਦੀਆਂ ਹਨ, ਜਿਹੜੀਆਂ ਚੀਜ਼ਾਂ ਆਪਾਂ ਖਪਤ ਕਰਦੇ ਹਾਂ, ਕਿਸੇ ਨੂੰ ਤਾਂ ਆਪਾਂ ਮਿਨੀਮਮ ਸਪੋਰਟ ਪ੍ਰਾਈਸ ਗਰੰਟੀ ਬਣਾਉਣ ਦੀ ਕਰਨੀ ਚਾਹੀਦੀ ਹੈ। ਦੇਖੋ, ਸਾਰਾ ਮਿਡਲ ਈਸਟ ਭੁੱਖਾ ਬੈਠਾ ਹੈ, ਉਹਨਾਂ ਦੇ ਕੋਲ ਕੋਈ ਇੱਕ ਦਾਣਾ ਵੀ ਨਹੀਂ ਹੈ। ਇੱਥੋਂ ਤੱਕ ਜਿਹੜੀਆਂ ਯੂਰਪੀਅਨ ਕੰਟਰੀਜ਼ ਹਨ, ਅਫਰੀਕਨ, ਲੈਟਿਨ ਅਮਰੀਕਾ ਤੋਂ ਸਮਾਨ ਮੰਗਵਾਉਂਦੀਆਂ ਹਨ, ਆਪਾਂ ਉੱਥੇ, ਮੈਨੂੰ ਤਾਂ ਹਾਲੇ ਸਿਸਟਮ ਦਾ ਬਹੁਤ ਜ਼ਿਆਦਾ ਪਤਾ ਨਹੀਂ ਕਿ ਆਪਾਂ ਉੱਥੇ ਮਾਰਕੀਟਿੰਗ ਨਹੀਂ ਸੀ ਕਰ ਸਕਦੇ, ਕਿ ਕੇਂਦਰ ਸਾਨੂੰ ਰੋਕਦਾ ਸੀ, ਉਹਨਾਂ ਦੀ ਪਰਮਿਸ਼ਨ ਲੈਣੀ ਪੈਣੀ ਸੀ। ਇਸ ਲਈ ਅਖੀਰ ਵਿੱਚ ਮੈਂ ਇਸ ਮਤੇ ਦੀ ਸਪੋਰਟ ਕਰਦਾ ਹਾਂ। ਲਾਈਟਰ ਸਾਈਡ ਉੱਤੇ ਕੈਪਟਨ ਅਮਰਿੰਦਰ ਸਿੰਘ ਜੀ, ਅਗਰ ਲੋੜ ਪਈ ਤਾਂ ਇੱਕ ਖੇਤਰੀ ਪਾਰਟੀ ਬਣਾਓ। ਆ ਖੇਤਰੀ ਪਾਰਟੀ ਵਾਲੇ ਆਪਣੇ ਏਜੰਟੇ ਤੋਂ ਭੱਜ ਗਏ ਹਨ। ਜਿਹੜੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ, ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਨ, ਇਹਨਾਂ ਨੇ ਹਰ ਤੀਜੇ ਬਿੱਲ ਦੀ ਵੱਖਵਾਦੀ ਤੇ ਯੂਨਿਟਰੀ ਸਿਸਟਮ ਦੀ ਸਪੋਰਟ ਕੀਤੀ ਹੈ। ਸਪੀਕਰ ਸਾਹਿਬ, CM ਸਾਹਿਬ ਨੇ ਕਿਸਾਨਾਂ ਨੂੰ ਬੜੀ ਵਾਜਿਬ ਜਿਹੀ ਅਪੀਲ ਕੀਤੀ ਹੈ ਔਰ ਇਸ ਚੀਜ਼ ਤੇ ਹੋਰ ਇੰਪੈਕਟ ਪਾਉਣ ਵਾਸਤੇ, ਜਿਵੇਂ ਤੁਸੀਂ ਕਿਹਾ ਹੈ ਕਿ ਸਾਰਾ ਸੰਘਰਸ਼ ਦਿੱਲੀ ਸਰਕਾਰ ਦੇ ਖਿਲਾਫ ਹੈ, ਅਸੀਂ ਆਪਣੇ ਸੂਬੇ ਦਾ ਨੁਕਸਾਨ ਨਾ ਕਰੀਏ। ਜੇ ਚੀਫ ਮਿਨਿਸਟਰ ਸਾਹਿਬ ਇੱਕ ਸਮਾਂ ਮਿੱਥ ਕੇ MLAs ਦਾ ਇੱਕ ਜੁਆਇੰਟ ਵਫਦ ਲੈ ਕੇ ਜਾਣ, ਕਿਸੇ ਸ਼ਕਲ ਵਿੱਚ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਪ੍ਰੋਟੈਸਟ ਕਰੀਏ, ਤਾਂ ਇਸ ਗੱਲ ਦਾ ਉਹਨਾਂ ਤੇ ਹੋਰ ਪ੍ਰਭਾਵ ਪਵੇਗਾ ਕਿ ਵਾਕਈ ਜਿਹੜਾ ਪੰਜਾਬ ਦੀ ਅਸੈਂਬਲੀ ਨੇ ਜੋ ਮਤਾ ਪਾਸ ਕੀਤਾ ਹੈ ਉਹ ਲਫ਼ਜ਼ੀ ਹੀ ਨਹੀਂ ਹੈ, ਉਸ ਤੇ ਐਕਟ ਵੀ ਕੀਤਾ ਹੈ। That will have a lot of bearing on that appeal of the Chief Minister for the farmers.
पंजाब ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।